ई मिशन पंजाबी ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਭਾਰਤ ਦੇ ਵਿੱਚ ਹੁਣ ਭਾਸ਼ਾ ਯੁੱਧ ਹੋਵੇਗਾ। ਜੀ ਹਾਂ, ਇਸ ਮਾਮਲੇ ਉੱਤੇ ਇੱਕ ਖਦਸ਼ਾ ਸਾਹਮਣੇ ਆਇਆ ਹੈ। ਅਸਲ ਦੇ ਵਿੱਚ ਭਾਰਤ ਦੀ ਹੁਕਮਰਾਨ ਧਿਰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਧਰਮ, ਇੱਕ ਖਾਣ ਪੀਣ ਤੇ ਇੱਕ ਹੀ ਸੰਸਕ੍ਰਿਤੀ ਨੂੰ ਲਾਗੂ ਕਰਨ ਦੀ ਪਿਛਲੇ ਸਮੇਂ ਤੋਂ ਇੱਕ ਕਵਾਇਦ ਆਰੰਭੀ ਹੋਈ ਹੈ। ਭਾਵੇਂ ਅਜਿਹੇ ਉਪਜਰੇ ਮਾਮਲੇ ਉੱਤੇ ਇੱਕ ਵਿਰੋਧ ਵੀ ਉਪਜ ਕੇ ਸਾਹਮਣੇ ਆ ਰਿਹਾ ਕਿ ਅਜਿਹੇ ਮਾਮਲੇ ਦੇ ਨਾਲ ਭਾਰਤ ਦੀ ਏਕਤਾ, ਅਖੰਡਤਾ ਤੇ ਵੰਨ ਸਵੰਨਤਾ ਨੂੰ ਢਾਲ ਲੱਗੇਗੀ। ਪਰੰਤੂ ਜਿਹੜਾ ਹੁਣ ਉਪਜ ਕੇ ਮਾਮਲਾ ਸਾਹਮਣੇ ਆਇਆ ਹੈ ਉਹ ਬੜਾ ਲੂ ਕੰਡੇ ਖੜੇ ਕਰਨ ਵਾਲਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਨੇ ਦਿੱਤੇ ਬਿਆਨ ਤੋਂ ਜੇਕਰ ਆਪਾਂ ਅੱਗੇ ਝਾਤੀ ਮਾਰੀਏ ਤਾਂ ਇਹ ਮਾਮਲਾ ਕਾਫੀ ਖਤਰੇ ਭਰਿਆ ਹੈ। MK ਸਟਾਲਿਨ ਨੇ ਇਹ ਗੱਲ ਵੱਡੇ ਪੱਧਰ ਉੱਤੇ ਆਭਾਰੀ ਹੈ ਤੇ ਭਾਰਤ ਸਰਕਾਰ ਨੂੰ ਜਿੱਥੇ ਨਿਸ਼ਾਨੇ ਉੱਤੇ ਲਿਆ ਹੈ ਉੱਥੇ ਨਾਲ ਚੇਤਾਵਨੀ ਵੀ ਦਿੱਤੀ ਹੈ ਕਿ ਹਿੰਦੀ ਨੂੰ ਥੋਪ ਕੇ ਉਹ ਭਾਰਤ ਦੇ ਵਿੱਚ ਇੱਕ ਅਗਲਾ ਭਾਸ਼ਾ ਯੁੱਧ ਦੀ ਸ਼ੁਰੂਆਤ ਨਾ ਕਰਨ। ਮਤਲਬ ਕਿ ਭਾਰਤ ਸਰਕਾਰ ਇੱਕ ਭਾਸ਼ਾ ਦੇ ਏਜੰਡੇ ਹੇਠ ਪੂਰੇ ਭਾਰਤ ਦੇ ਵਿੱਚ ਇੱਕ ਭਾਸ਼ਾ ਹਿੰਦੀ ਲਾਗੂ ਕਰਨ ਉੱਤੇ ਜ਼ੋਰ ਅਜ਼ਮਾਈ ਦੇ ਵਿੱਚ ਹੈ। MK ਸਟਾਲਿਨ ਹੋਰਾਂ ਦਾ ਕਹਿਣਾ ਹੈ ਕਿ ਜਿਹੜੀ ਭਾਸ਼ਾ ਸੰਬੰਧੀ ਇੱਕ ਸੰਸਦੀ ਕਮੇਟੀ ਗਠਿਤ ਹੋਈ ਸੀ ਪਿਛਲੇ ਸਮੇਂ, ਉਸ ਦੇ ਮੁਖੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਤੇ ਪਿਛਲੇ ਸਮੇਂ ਹੀ ਇਸ ਕਮੇਟੀ ਵੱਲੋਂ ਜਿਹੜੀ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਰਿਪੋਰਟ ਸੌਂਪੀ ਹੈ ਉਹ ਲੂ ਕੰਡੇ ਖੜੇ ਕਰਨ ਵਾਲੀ ਹੈ। ਮਤਲਬ ਕਿ ਸੰਸਦੀ ਕਮੇਟੀ ਨੇ ਦੇਸ਼ ਦੇ ਅੰਦਰ ਹਿੰਦੀ ਨੂੰ ਥੋਪਣ ਦੀ ਪੂਰੀ ਵਕਾਲਤ ਕੀਤੀ ਹੈ। ਸਟਾਲਿਨ ਮੁਤਾਬਕ ਰਿਪੋਰਟ ਦੇ 11ਵੇਂ ਅੰਕ ਦੇ ਪ੍ਰਸਤਾਵ ਉੱਤੇ ਇਹ ਮਾਮਲਾ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ, ਜਿਸ ਨਾਲ ਸਿੱਧੇ ਤੌਰ ਤੇ ਭਾਰਤ ਦੀ ਆਤਮਾ ਉੱਤੇ ਹਮਲਾ ਹੈ। ਉਹਨਾਂ ਆਖਿਆ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਤੋਂ ਪਿੱਛੇ ਹਟਣ ਦੀ ਲੋੜ ਹੈ। ਉਹਨਾਂ ਇਸ ਮਾਮਲੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਵੱਲ ਧਿਆਨ ਦੇਣ। ਦੇਸ਼ ਨੂੰ ਲੋੜ ਹੈ ਇਸ ਵੇਲੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰਵੇ। ਉਹਨਾਂ ਦੇ ਦਿੱਤੇ ਬਿਆਨ ਉੱਤੇ ਜੇਕਰ ਆਪਾਂ ਝਾਤੀ ਮਾਰੀਏ, ਜਿਵੇਂ ਉਹਨਾਂ ਨੇ ਆਖਿਆ ਹੈ ਕਿ ਭਾਸ਼ਾ ਉੱਤੇ ਦੂਜਾ ਯੁੱਧ ਸ਼ੁਰੂ ਨਾ ਕੀਤਾ ਜਾਵੇ। ਮਤਲਬ ਕਿ ਤਾਮਿਲਨਾਡੂ ਦੇ ਵਿੱਚ ਇਸ ਤੋਂ ਪਹਿਲਾਂ ਵੀ ਭਾਸ਼ਾ ਦੇ ਮਾਮਲੇ ਉੱਤੇ, ਕਿਉਂਕਿ ਉਹ ਤਾਮਿਲ ਭਾਸ਼ਾ ਦੀ ਰਾਖੀ ਲਈ ਬੜੇ ਉਤੇਜਿਤ ਰਹਿੰਦੇ ਹਨ, ਤਾਂ ਇਸ ਬਿਆਨ ਨੂੰ ਜੇਕਰ ਕੋਖੀਏ ਤਾਂ ਮਤਲਬ ਕਿ ਉਹ ਹੁਣ ਵੀ ਆਪਣੀ ਰਾਜ ਭਾਸ਼ਾ ਯਾਨੀ ਮਾਂ ਬੋਲੀ ਉੱਤੇ ਪਹਿਰੇਦਾਰੀ ਨੂੰ ਤਰਜੀਹ ਦੇਣਗੇ। ਉਹ ਜਬਰੀ ਹਿੰਦੀ ਥੋਪਣ ਦਾ ਜਿਹੜਾ ਮਾਮਲਾ ਹੈ ਉਸ ਦਾ ਫਿਰ ਡਟ ਕੇ ਵਿਰੋਧ ਕਰਨਗੇ। ਸਟਾਲਿਨ ਵੱਲੋਂ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ ਦੇ ਵਿੱਚ ਸਿੱਧੇ ਤੌਰ ਤੇ ਆਖਿਆ ਗਿਆ ਹੈ ਕਿ ਹਿੰਦੀ ਨੂੰ ਲਾਜ਼ਮੀ ਭਾਸ਼ਾ ਵਜੋਂ ਜਿਹੜੀ ਲਾਗੂ ਕਰਨ ਦੀ ਹੋੜ ਹੈ ਉਸ ਨੂੰ ਥੰਮਿਆ ਜਾਵੇ ਕਿ ਅਜਿਹਾ ਨਾ ਹੋਵੇ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਖਤਰੇ ਦੇ ਵਿੱਚ ਪੈ ਜਾਵੇ। ਆਪਾਂ ਪਹਿਲਾਂ ਗੱਲ ਹੀ ਕਰ ਰਹੇ ਸੀ ਕਿ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਧਰਮ, ਇੱਕ ਖਾਣ ਪੀਣ ਤੇ ਇੱਕ ਹੀ ਸੰਸਕ੍ਰਿਤੀ, ਇਹ ਮਾਟੋ ਹੈ ਭਾਰਤੀ ਜਨਤਾ ਪਾਰਟੀ ਦਾ, ਜਿਹੜੀ ਕਿ ਇਸ ਵੇਲੇ ਦੇਸ਼ ਦੀ ਹੁਕਮਰਾਨ ਧਿਰ ਹੈ। ਪਰੰਤੂ ਇੱਥੇ ਜਿਹੜਾ ਵਿਚਾਰਨ ਵਾਲਾ ਮਾਮਲਾ ਹੈ ਕਿ ਕੀ ਇਸ ਮਾਟੋ ਨੂੰ ਲਾਗੂ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਜਾਂ ਕੇਂਦਰ ਸਰਕਾਰ ਨੇ ਕੀ ਦੇਸ਼ ਵਾਸੀਆਂ ਤੋਂ ਅਜਿਹੀ ਰਾਏ ਲੈ ਲਈ ਹੈ? ਕਿਉਂਕਿ ਭਾਰਤੀ ਸੰਵਿਧਾਨ ਮੁਤਾਬਕ ਭਾਵੇਂ ਸਰਕਾਰ ਕਿਸੇ ਵੀ ਬਹੁਮਤ ਦੇ ਵਿੱਚ ਕਿਉਂ ਨਾ ਹੋਵੇ, ਉਸ ਨੂੰ ਆਪਣੇ ਨਾਗਰਿਕਤਾ ਦੀ ਰਾਏ ਲੈਣੀ ਬੜੀ ਜ਼ਰੂਰੀ ਹੈ। ਆਪਾਂ ਪਹਿਲਾਂ ਦੇਖ ਹੀ ਲਿਆ ਹੈ ਕਿ ਬਿਨਾਂ ਰਾਏ ਲਏ ਕਿਸਾਨਾਂ ਤੋਂ ਭਾਰਤ ਸਰਕਾਰ ਨੇ 3 ਖੇਤੀ ਕਾਨੂੰਨ ਲਾਗੂ ਕਰ ਦਿੱਤੇ ਗਏ ਸਨ। ਪਰੰਤੂ ਜਦੋਂ ਨਾਗਰਿਕ ਕਹਿ ਲਈਏ ਕਿ ਕਿਸਾਨ ਸੜਕਾਂ ਉੱਤੇ ਉਤਰੇ ਤਾਂ ਅਖੀਰ ਭਾਰਤ ਸਰਕਾਰ ਨੂੰ ਆਪਣਾ ਉਹ ਬਿੱਲ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਹੁਣ ਇੱਕ ਭਾਸ਼ਾ ਦੇ ਨਾਂ ਉੱਤੇ ਦੇਸ਼ ਅੰਦਰ ਹਿੰਦੀ ਨੂੰ ਥੋਪਣਾ, ਹਾਲਾਂਕਿ ਭਾਸ਼ਾਵਾਂ ਦਾ ਮਾਮਲਾ ਸਾਰੇ ਬਰਾਬਰ ਹੀ ਮੰਨਦੇ ਹਨ, ਹਰੇਕ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਸਿਖਾਉਣ ਦੀ ਇੱਥੇ ਖੁੱਲ੍ਹ ਹੈ, ਪਰੰਤੂ ਰਾਜ ਭਾਸ਼ਾ ਜਾਂ ਮਾਂ ਬੋਲੀ ਆਪਣੀ ਥਾਂ ਰੱਖਦੀ ਹੈ। ਕਿਉਂਕਿ ਦੇਸ਼ ਅੰਦਰ ਪਹਿਲਾਂ ਹੀ ਭਾਸ਼ਾ ਦੇ ਨਾਂ ਉੱਤੇ ਸੂਬੇ ਬਣ ਚੁੱਕੇ ਹਨ ਤੇ ਇਸ ਵੇਲੇ ਹਿੰਦੀ ਇੱਕ ਸੰਪਰਕ ਭਾਸ਼ਾ ਵਜੋਂ ਵੀ ਅੱਗੇ ਵਧ ਰਹੀ ਹੈ। ਪਰੰਤੂ ਇਹਦਾ ਮਤਲਬ ਜਿਹੜੇ ਚਿੰਤਕ ਕਹਿ ਰਹੇ ਹਨ ਇਹ ਨਹੀਂ
ਕਿ ਹਿੰਦੀ ਨੂੰ ਪੂਰੇ ਮੁਲਕ ਦੇ ਵਿੱਚ ਥੋਪ ਦਿੱਤਾ ਜਾਵੇ, ਕਿਉਂਕਿ ਦੱਖਣ ਦੇ ਕਈ ਰਾਜ ਆਪਣੀ ਭਾਸ਼ਾ ਉੱਤੇ ਮਾਣ ਕਰਦੇ ਹਨ, ਜਦੋਂ ਕਿ ਉੱਤਰ ਦੇ ਜਿਨ੍ਹਾਂ ਦੇ ਵਿੱਚ ਇੱਕ ਪੰਜਾਬ ਵੀ ਹੈ ਵੱਲੋਂ ਆਪਣੀ ਪੰਜਾਬੀ ਭਾਸ਼ਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਂ ਉੱਤੇ ਦੁਨੀਆ ਦੇ ਵਿੱਚ ਦੂਜੀ ਯੂਨੀਵਰਸਿਟੀ ਸਥਾਪਿਤ ਹੈ। ਤੇ ਅਜਿਹੇ ਮਾਮਲੇ ਉੱਤੇ ਜੇਕਰ ਹਿੰਦੁਸਤਾਨ ਦੇ ਵਿੱਚ ਇੱਕ ਭਾਸ਼ਾ ਹਿੰਦੀ ਕਾਇਮ ਹੋਵੇਗੀ ਤਾਂ ਜਿਹੜੀਆਂ ਹੋਰ ਭਾਸ਼ਾਵਾਂ ਨੇ ਉਹਨਾਂ ਉੱਤੇ ਇੱਕ ਸਹਿਜੇ ਹੀ ਸੰਕੇਤ ਹੈ ਕਿ ਵੱਡਾ ਹਮਲਾ ਹੋਵੇਗਾ। ਅਜਿਹੇ ਸਾਰੇ ਖਾਸੇ ਨੂੰ ਹੀ ਲੈ ਕੇ ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਹੋਰਾਂ ਨੇ ਟਵੀਟ ਕਰਕੇ ਇਸ ਮਾਮਲੇ ਨੂੰ ਭਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਪਿਛਲੇ ਸਮੇਂ ਵੀ ਇੱਕ ਵਾਰ ਅਜਿਹੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਕਿ ਉਸ ਵੇਲੇ ਵੀ ਕਈ ਉੱਘੇ ਲੇਖਕ ਸਾਹਿਤਕਾਰ ਅਜਿਹੇ ਮਾਮਲੇ ਦੇ ਖਿਲਾਫ ਦੀਵਾਰ ਬਣ ਕੇ ਖੜ ਗਏ ਸਨ। ਤੇ ਜਦੋਂ ਇਹ ਮਾਮਲਾ ਇੱਕ ਰਿਪੋਰਟ ਵਜੋਂ ਰਾਸ਼ਟਰਪਤੀ ਕੋਲ ਪਹੁੰਚ ਚੁੱਕਿਆ ਹੈ ਤਾਂ ਮਾਮਲਾ ਇਸ ਵੇਲੇ ਇਹ ਮੁੜ ਵੱਡ ਆਕਾਰੀ ਹੋ ਚੁੱਕਿਆ ਹੈ। ਹੁਣ ਅੱਗੇ ਵੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਮਾਮਲੇ ਉੱਤੇ ਅਗਲੇ ਸਮੇਂ ਕਿਹੜੇ ਰੁਖ ਅਖਤਿਆਰ ਕਰਦੀ ਹੈ ਜਾਂ ਅਪਣਾਉਂਦੀ ਹੈ, ਜਾਂ ਰਾਸ਼ਟਰਪਤੀ ਇਸ ਰਿਪੋਰਟ ਉੱਤੇ ਕਿਸ ਤਰ੍ਹਾਂ ਦੀ ਮੋਹਰ ਲਾਉਣਗੇ। ਪਰੰਤੂ MK ਸਟਾਲਿਨ ਹੋਰਾਂ ਨੇ ਜਿਹੜਾ ਇੱਕ ਹੋਰ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਦੇਸ਼ ਭਰ ਦੇ ਵਿੱਚ ਹਿੰਦੀ ਥੋਪ ਦਿੱਤੀ ਗਈ ਤਾਂ ਗੈਰ ਹਿੰਦੀ ਭਾਸ਼ਾਈ ਜਿਹੜੀ ਆਬਾਦੀ ਹੈ ਉਹ ਫਿਰ ਆਪਣੇ ਆਪ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨੇਗੀ। ਮਤਲਬ ਕਿ ਗੈਰ ਹਿੰਦੀ ਜਿਹੜੀ ਭਾਸ਼ਾਈ ਆਬਾਦੀ ਹੈ ਉਸ ਦੇ ਮਨ ਦੇ ਵਿੱਚ ਇੱਕ ਸ਼ੰਕਾ ਖੜਾ ਰਹੇਗਾ। ਹੁਣ ਅੱਗੇ ਵੇਖਣਾ ਹੋਵੇਗਾ ਕਿ ਇਸ ਉਪਜਰੇ ਮਾਮਲੇ ਉੱਤੇ ਚਿੰਤਕ ਧਿਰਾਂ, ਰਾਜਸੀ ਧਿਰਾਂ ਜਾਂ ਹੋਰ ਸਾਹਿਤਕ ਧਿਰਾਂ ਕੇਂਦਰ ਸਰਕਾਰ ਨਾਲ ਇਹ ਮਾਮਲਾ ਕਿਵੇਂ ਨਜਿੱਠਦੀਆਂ ਹਨ। ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਹੋਰਾਂ ਨੇ ਜਿਹੜਾ ਇੱਕ ਭਾਸ਼ਾ ਦੇ ਮੁੱਦੇ ਉੱਤੇ ਮਾਮਲਾ ਖੁੱਲ੍ਹ ਕੇ ਦੇਸ਼ ਵਾਸੀਆਂ ਦੇ ਸਾਹਮਣੇ ਲਿਆਂਦਾ ਹੈ, ਉਸ ਤੋਂ ਜੇ ਆਪਾਂ ਅੱਗੇ ਵਧੀਏ ਤਾਂ ਇਸ ਵੇਲੇ ਦੇਸ਼ ਦੇ ਅੰਦਰ ਹੋਰ ਵੀ ਕਈ ਗੈਰ ਹਿੰਦੀ ਆਬਾਦੀ ਵਾਲੇ ਰਾਜ ਹਨ ਜਿਹੜੇ ਕਿ ਪਿਛਲੇ ਸਮੇਂ ਤੋਂ ਉਹ ਆਪਣੀ ਮਾਂ ਬੋਲੀ ਪੱਧਰ ਦੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ਦੇ ਵਿੱਚ ਇੱਕ ਪੰਜਾਬ ਵੀ ਹੈ। ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਇੱਕ ਵੱਖਰੀ ਕਿਸਮ ਦਾ ਇਨੀ ਦਿਨੀ ਇੱਕ ਨਵਾਂ ਮਾਮਲਾ ਉਪਜ ਕੇ ਸਾਹਮਣੇ ਆ ਰਿਹਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਜਿਸ ਉੱਤੇ ਇਨੀ ਦਿਨੀ ਦੋਸ਼ ਲੱਗ ਰਹੇ ਹਨ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਜੋ ਭਰਤੀ ਐਗਜ਼ਾਮ ਲਿਆ ਗਿਆ ਹੈ ਉਹ ਨੈਸ਼ਨਲ ਭਾਸ਼ਾ ਮਤਲਬ ਕਿ ਅੰਗਰੇਜ਼ੀ ਦੇ ਵਿੱਚ ਲੈ ਲਿਆ ਗਿਆ ਹੈ। ਭਾਵੇਂ ਸਰਕਾਰ ਨੇ ਜਾਂ ਕਮਿਸ਼ਨ ਨੇ ਉਹ ਰਿਜ਼ਲਟ ਵੀ ਕੱਢ ਦਿੱਤਾ ਹੈ, ਭਾਵੇਂ ਕਈ ਤਰ੍ਹਾਂ ਦੇ ਕਮਿਸ਼ਨ ਜਾਂ ਸਰਕਾਰ ਉੱਤੇ ਵਿਰੋਧੀ ਧਿਰਾਂ ਵੱਲੋਂ ਇਸ ਭਰਤੀ ਪ੍ਰਕਿਰਿਆ ਸੰਬੰਧੀ ਤਕਨੀਕੀ ਪੱਧਰ ਉੱਤੇ ਜਾਂ ਘਟਾਲੇ ਸੰਬੰਧੀ ਹੋਰ ਵੀ ਦੋਸ਼ ਲੱਗ ਰਹੇ ਹਨ। ਪਰੰਤੂ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਜਦੋਂ ਪੰਜਾਬ ਦੇ ਵਿੱਚ ਰਾਜ ਭਾਸ਼ਾ ਐਕਟ ਪਹਿਲਾਂ ਕੰਮ ਕਰ ਰਿਹਾ ਹੈ, 2008 ਦੇ ਵਿੱਚ ਉਸ ਨੂੰ ਸੋਧਿਆ ਵੀ ਗਿਆ ਹੈ, ਉਸ ਨੂੰ ਹੋਰ ਤਾਕਤਾਂ ਦਿੱਤੀਆਂ ਗਈਆਂ ਹਨ, ਪਰੰਤੂ ਇਸ ਦੇ ਬਾਵਜੂਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਹੜੇ ਇਮਤਿਹਾਨ ਲਏ ਜਾ ਰਹੇ ਹਨ ਉਹ ਗੈਰ ਪੰਜਾਬੀ ਦੇ ਵਿੱਚ ਹੀ ਲਏ ਜਾ ਰਹੇ ਹਨ। ਇੱਥੇ ਗੈਰ ਪੰਜਾਬੀ ਹੀ ਨਹੀਂ ਕਹਿ ਲਈਏ ਕਿ ਉਹ ਕੌਮਾਂਤਰੀ ਭਾਸ਼ਾ ਦੇ ਲਏ ਜਾ ਰਹੇ ਹਨ, ਮਤਲਬ ਕਿ ਅੰਗਰੇਜ਼ੀ ਦੇ ਵਿੱਚ, ਜਦੋਂ ਕਿ ਅੰਗਰੇਜ਼ੀ ਦਾ ਪੰਜਾਬ ਦੇ ਕਾਨੂੰਨ ਦੇ ਵਿੱਚ ਕੋਈ ਵਾਹ ਵਾਸਤਾ ਨਹੀਂ ਹੈ। ਹਾਲਾਂਕਿ ਪਿਛਲੇ ਸਮੇਂ ਪੰਜਾਬ ਦੀ ਮਾਨ ਸਰਕਾਰ ਨੇ ਜਦੋਂ ਇਹਨਾਂ ਨੇ ਇਹ ਪੰਜਾਬ ਦਾ ਕਾਰਜਭਾਰ ਸੰਭਾਲਿਆ ਤਾਂ ਉਹਨਾਂ ਨੇ ਬਕਾਇਦਾ ਮੁੱਖ ਮੰਤਰੀ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਅੰਦਰ ਸੂਬੇ ਅੰਦਰ ਜਿਹੜਾ ਦਫ਼ਤਰੀ ਕਾਰਜ ਹੈ ਜਾਂ ਹੋਰ ਉਹ ਸਾਰਾ ਪੰਜਾਬੀ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਪਰੰਤੂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਹੜਾ ਇਮਤਿਹਾਨ ਇਹ ਲਿਆ ਗਿਆ ਹੈ ਅੰਗਰੇਜ਼ੀ ਦੇ ਵਿੱਚ, ਉਸ ਮਾਮਲੇ ਉੱਤੇ ਭਾਵੇਂ ਕਈ ਤਰ੍ਹਾਂ ਦੇ ਵਿਵਾਦ ਉਪਜ ਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਵੀ ਹੈ, ਪਰੰਤੂ ਹਾਲੇ ਤਾਈਂ ਪੰਜਾਬ ਸਰਕਾਰ ਨੇ ਇਸ ਮਾਮਲੇ ਉੱਤੇ ਕੋਈ ਆਪਣੀ ਟਿੱਪਣੀ ਜਾਂ ਰਾਏ ਦੇਣੀ ਮੁਨਾਸਬ ਨਹੀਂ ਸਮਝੀ, ਜਿਸ ਤੋਂ ਪੰਜਾਬੀ ਹਿਤੈਸ਼ੀ ਖਾਸ ਕਰਕੇ ਭਾਸ਼ਾ ਵਿਗਿਆਨੀਆਂ ਦੇ ਵਿੱਚ ਚਿੰਤਾ ਪਣਪਣੀ ਸੁਭਾਵਿਕ ਹੀ ਹੈ।
ਹੁਣ ਆਪਾਂ ਇੱਥੇ ਗੱਲ ਕਰ ਰਹੇ ਸੀ ਕਿ ਇੱਕ ਭਾਸ਼ਾ ਦੇ ਨਾਂ ਉੱਤੇ ਕੇਂਦਰ ਸਰਕਾਰ ਵੱਲੋਂ ਗੈਰ ਹਿੰਦੀ ਆਬਾਦੀ ਉੱਤੇ ਜਬਰੀ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਸੰਬੰਧੀ ਗਠਿਤ ਹੋਈ ਸੰਸਦੀ ਭਾਸ਼ਾ ਕਮੇਟੀ ਵੱਲੋਂ ਜਿਹੜੀ ਰਾਸ਼ਟਰਪਤੀ ਨੂੰ ਪਿਛਲੇ ਦਿਨੀ ਰਿਪੋਰਟ ਸੌਂਪੀ ਹੈ ਉਹਦੇ 11ਵੇਂ ਅੰਕ ਦੇ ਪ੍ਰਸਤਾਵ ਉੱਤੇ ਆਖਰ ਹਿੰਦੀ ਨੂੰ ਪ੍ਰਮੋਟ ਕਰਨ ਲਈ ਕਿਸ ਤਰ੍ਹਾਂ ਦੀ ਰਾਏ ਅੰਕਿਤ ਕੀਤੀ ਗਈ ਹੈ, ਜਿਸ ਤੋਂ MK ਸਟਾਲਿਨ ਦਾ ਸ਼ਿਕਵਾ ਹੈ ਕਿ ਭਾਰਤ ਦੀ ਆਤਮਾ ਉੱਤੇ ਸਿੱਧਾ ਹਮਲਾ ਹੈ। ਹੁਣ ਵੇਖਣਾ ਹੋਵੇਗਾ ਕਿ ਭਾਰਤ ਦੀ ਆਤਮਾ ਉੱਤੇ ਇਸ ਹਮਲੇ ਨੂੰ ਲੈ ਕੇ ਭਾਸ਼ਾ ਦਰਦੀਆਂ ਦੇ ਵਿੱਚ ਆਪੋ ਆਪਣੀ ਭਾਸ਼ਾ ਨੂੰ ਲੈ ਕੇ ਕੀ ਸਨੇਹ ਪ੍ਰਗਟ ਹੁੰਦਾ ਹੈ, ਜਦੋਂ ਕਿ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਉਪਜ ਰਹੇ ਵਿਰੋਧ ਦੇ ਮੱਦੇਨਜ਼ਰ ਇਸ ਮਾਮਲੇ ਉੱਤੇ ਕੇਂਦਰ ਸਰਕਾਰ ਇਸ ਮਾਮਲੇ ਨੂੰ ਅਗਲੇ ਸਮੇਂ ਕਿਵੇਂ ਨਜਿੱਠੇਗੀ। ਅੱਜ ਦੇ ਅਜਿਹੇ ਵਿਸ਼ਲੇਸ਼ਣ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਸਤਿ ਸ੍ਰੀ ਅਕਾਲ। ई मिशन पंजाबी।